ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋਈ ਸਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ। ਪੰਧ ਜਲੰਦੜੀ ਮੇਰਾ ਅੰਦਰ ਠੰਡਾ, ਗੁਰ ਦਰਸ਼ਨ ਦੇਖ ਨਿਹਾਲੀ। ਸੋ ਕਹੋ ਟਲ ਗੁਰ ਸੇਵੀਐ, ਐਨਸ ਸਹਿਜ ਸੁਭਾਈ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਈ। ਹੋਵੈ ਸਿਫਤ ਕਸਮ ਦੀ, ਨੂਰ ਅਰਸੋਂ ਕੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪੀ, ਗੁਰੂ ਪਿਆਰੀ, ਗੁਰੂ ਸਵਾਰੀ ਸਾਜੀ ਨਵਾਜੀ ਸਾਧ ਸੰਗਤ ਜੀਓ। ਅੱਜ ਆਪਾਂ ਕੱਤਕ ਮਹੀਨੇ ਦੀ ਜਿਹੜੀ ਆ ਉਹ 12 ਮਾਹ ਮਹਾਜ ਰਾਗ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਚਾਰੀ ਗਈ ਬਾਣੀ ਦੇ ਵਿੱਚ ਕੱਤੇ ਦੇ ਮਹੀਨੇ ਦੀ ਜਿਹੜੀ ਆ ਉਹ ਵਿਆਖਿਆ ਕਰਨ ਦੀ ਇੱਕ ਨਿਮਾਣੀ ਜੀ ਕੋਸ਼ਿਸ਼ ਕਰਾਂਗੇ। ਔਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਿਰ 'ਤੇ ਮਿਹਰਾਂ ਭਰੇ ਹੱਥ ਰੱਖਣ ਅਤੇ ਅਸੀਂ ਇਹ ਜਿਹੜੀ ਆ ਗੁਰਬਾਣੀ ਦੇ ਅਰਥ ਸਮਝਣ ਦੀ ਇੱਕ ਨਿਮਾਣੀ ਜੀ ਕੋਸ਼ਿਸ਼ ਜਿਹੜੀ ਆ ਉਹ ਕਰਦੇ ਹਾਂ। ਅਤੇ ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਜਿਵੇਂ ਆਪਾਂ ਦੇਖਦੇ ਹਾਂ ਕਿ ਗੁਰੂ ਸਾਹਿਬਾਨਾਂ ਨੇ ਸਾਨੂੰ ਹਮੇਸ਼ਾ ਚੰਗੇ ਕਰਮ ਕਰਨ ਦੇ ਲਈ ਪ੍ਰੇਰਿਆ ਕਿ ਸਮਾਜ ਵਿੱਚ ਉਸ ਸਮੇਂ ਵੀ ਜਿਹੜੀਆਂ ਵਾ ਬਹੁਤ ਸਾਰੀਆਂ ਜਿਹੜੀਆਂ ਬੁਰਾਈਆਂ ਵਾ ਉਹ ਫੈਲੀਆਂ ਹੋਈਆਂ ਸੀ। ਉਸ ਸਮੇਂ ਸਮਾਜ ਦੇ ਵਿੱਚ ਵਰਨ ਵੰਡ ਦੇ ਵਿੱਚ ਜਿਹੜਾ ਵਾ ਸਮਾਜ ਵੰਡਿਆ ਹੋਇਆ ਸੀ, ਬ੍ਰਾਹਮਣ ਖੱਤਰੀ ਵੈਸ ਛੂਤ। ਅਤੇ ਸਮਾਜ ਨੂੰ ਇੱਕ ਰੂਪਤਾ ਦੇਣ ਲਈ ਗੁਰੂ ਸਾਹਿਬਾਨ ਨੇ ਬਹੁਤ ਵੱਡਾ ਇੱਕ ਉਪਰਾਲਾ ਕੀਤਾ। ਔਰ ਉਹਨਾਂ ਨੇ ਸਾਰੇ ਹੀ ਜਿਹੜੇ ਮਨੁੱਖ ਆ ਉਹਨਾਂ ਨੂੰ ਰੱਬ ਦੀ ਸੰਤਾਨ ਕਿਹਾ ਕਿ ਅਵਲ ਅੱਲਾ ਨੂਰੇ ਪਾਇਆ, ਕੁਦਰਤ ਕੇ ਸਭ ਬੰਦੇ। ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਗੁਰੂ ਸਾਹਿਬਾਨ ਨੇ ਕਿਹਾ ਕਿ ਪਰਮਾਤਮਾ ਦੀ ਸੰਤਾਨ ਜਿਹੜੇ ਸਾਰੇ ਆ ਇੱਕੋ ਨੂਰ ਤੋਂ ਸਾਰੇ ਪੈਦਾ ਹੋਏ ਆ, ਸਾਰੇ ਹੀ ਚੰਗੇ ਆ। ਜੇਕਰ ਕੋਈ ਇਨਸਾਨ ਚੰਗਾ ਮਾੜਾ ਆ ਤਾਂ ਉਹ ਆਪਣੇ ਕਰਮਾਂ ਕਰਕੇ ਆ। ਕੋਈ ਵੀ ਇਨਸਾਨ ਆ ਜੇ ਚੰਗੇ ਕਰਮ ਕਰਦਾ ਉਹਨੂੰ ਅਸੀਂ ਚੰਗਾ ਕਹਿ ਦਿੰਦੇ ਹਾਂ, ਜੇ ਕੋਈ ਮਾੜੇ ਕਰਮ ਕਰਦਾ ਉਹਨੂੰ ਅਸੀਂ ਮਾੜਾ ਕਹਿ ਦਿੰਦੇ ਹਾਂ। ਅਤੇ ਗੁਰੂ ਸਾਹਿਬਾਨ ਨੇ ਕਿਹਾ ਕਿ ਇਹਦੇ ਵਿੱਚ ਕੋਈ ਕਿਸੇ ਇਹ ਨਹੀਂ ਹੈਗਾ ਕਿ ਵਿਸ਼ੇਸ਼ ਜਾਤੀ ਕਰਕੇ ਇਹ ਚੰਗਾ ਵਾ, ਜਾਂ ਇਹ ਵਿਸ਼ੇਸ਼ ਧਰਮ ਕਰਕੇ ਚੰਗਾ ਵਾ, ਜਾਂ ਕੋਈ ਇਹਦੇ ਵਿੱਚ। ਗੁਰੂ ਸਾਹਿਬਾਨ ਨੇ ਸਿਰਫ ਇਹ ਫਰਮਾਇਆ ਵਾ ਕਿ ਅਸੀਂ ਸਾਰੇ ਹੀ ਜਿਹੜੇ ਆ ਉਸ ਪਰਮੇਸ਼ਰ ਦੇ ਬਣਾਏ ਹੋਏ ਇਨਸਾਨ ਆ। ਏਕ ਪਿਤਾ ਏਕਸ ਕੇ ਹਮ ਬਾਰਕ। ਅਤੇ ਜਿਹੜੇ ਹਰ ਇਨਸਾਨ ਦੇ ਵਿੱਚ ਜਿਹੜਾ ਵਾ ਲਾਲ ਰਹੂ ਆ, ਲਾਲ ਰੰਗ ਦਾ ਲਹੂ ਆ, ਕਹਿਣ ਤੋਂ ਭਾਵ ਹੈ ਕਿ ਸਾਰੇ ਇਨਸਾਨ ਹੱਡ ਮਾਸ 'ਤੇ ਬਣੇ ਹੋਏ ਆ। ਅਤੇ ਕੋਈ ਵੀ ਇਨਸਾਨ ਜਿਹੜਾ ਵਾ ਜੇਕਰ ਉਹ ਵਿਸ਼ੇਸ਼ ਬਣਦਾ ਵਾ
ਅਤੇ ਆਪਣੇ ਕਰਮਾਂ ਕਰਕੇ ਬਣਦਾ। ਇਸ ਕਰਕੇ ਕਰਮਾਂ 'ਤੇ ਜ਼ੋਰ ਦਿੱਤਾ ਗੁਰੂ ਬਾਣੀ ਨੇ ਕਿ ਗੁਰਬਾਣੀ ਦੇ ਵਿੱਚ ਆਉਂਦਾ ਵੀ ਆ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤੋ ਦਾਈ ਦਇਆ ਖੇਲੇ ਸਗਲ ਜਗਤ, ਚੰਗਿਆਈਆਂ ਬਰਿਆਈਆਂ ਵਾਚੇ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਸੋ ਕਰਮਾਂ ਦੇ ਉੱਤੇ ਹੀ ਜਿਹੜੇ ਨਿਬੇੜੇ ਹੋਣੇ ਆ, ਕਰਮਾਂ ਦੇ ਨਾਲ ਹੀ ਅਸੀਂ ਚੰਗੇ ਬਣਨਾ ਵਾ। ਕਰਮ ਤੋਂ ਭਾਵ ਕੰਮ। ਆਪਾਂ ਮੂਲ ਪਾਠ ਕਰਦੇ ਹਾਂ। ਸਭ ਤੋਂ ਪਹਿਲਾਂ ਸਾਧ ਸੰਗਤ ਜੀ, ਕਤਕ ਕਰਮ ਕਮਾਵਣੀ ਦੋਸ਼ ਨ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ, ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ, ਕਿਨਮੇ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ, ਵਿੱਚ ਨ ਕੋਈ ਕਰ ਸਕੈ ਕਿਸਤੈ ਰੋਵੇ ਰੋਜ, ਕੀਤਾ ਕਿਛੂ ਨ ਹੋਵਈ ਲਿਖਿਆ ਧੁਰ ਸੰਜੋਗ, ਵੱਡ ਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੇ ਸਭ ਵਿਯੋਗ, ਨਾਨਕ ਕੋ ਪ੍ਰਭ ਰਾਖ ਲੇ ਮੇਰੇ ਸਹਿਬ ਬੰਦੀ ਮੋਚ, ਕਤਕ ਹੋਵੇ ਸਾਧ ਸੰਗ ਬਿਨਸੇ ਸਭੇ ਸੋਚ, ਨਾਨਕ ਕੋ ਪ੍ਰਭ ਰਾਖ ਲੇ ਮੇਰੇ ਸਹਿਬ ਬੰਦੀ ਮੋਚ, ਕਤਕ ਹੋਵੇ ਸਾਧ ਸੰਗ ਬਿਨਸੇ ਸਭੇ ਸੋਚ। ਸੋ ਇਹ ਜਿਹੜਾ ਵਾ ਇਹਦਾ ਮੂਲ ਪਾਠ ਆ। ਹੁਣ ਆਪਾਂ ਜਿਹੜੀਆਂ ਵਾ ਇਹਨਾਂ ਜਿਹੜੀਆਂ ਪੰਕਤੀਆਂ ਦੀ ਜਿਹੜੀ ਆ ਸੰਖੇਪ ਰੂਪ ਦੇ ਵਿੱਚ ਵਿਆਖਿਆ ਕਰਨ ਦੀ ਇੱਕ ਨਿਮਾਣੀ ਜੀ ਕੋਸ਼ਿਸ਼ ਕਰਦੇ ਹਾਂ। ਗੁਰੂ ਸਾਹਿਬਾਨ ਸਾਡੇ 'ਤੇ ਬਖਸ਼ਿਸ਼ ਕਰਨ। ਸਾਰੇ ਹੀ ਜਿੰਨੇ ਗੁਰਸਿੱਖ, ਜਿੰਨੇ ਹੀ ਭੈਣ ਭਰਾ, ਸਾਰੇ ਜਿੰਨੇ ਵੀ ਸਰਵਣ ਕਰ ਰਹੇ ਗੁਰਬਾਣੀ ਨੂੰ, ਸਾਰਿਆਂ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ, ਤੰਦਰੁਸਤੀ ਦੀਆਂ ਨਿਆਮਤਾਂ ਬਖਸ਼ੇ, ਹਰ ਘਰ ਖੇੜੇ ਖੁਸ਼ੀਆਂ ਰਹਿਣ, ਔਰ ਪ੍ਰਮਾਤਮਾ ਸਾਰਿਆਂ ਨੂੰ ਰਾਜੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ। ਆਪ ਜੀ ਦੇ ਦੁੱਖ ਦਲਿੱਦਰ ਜਿਹੜੇ ਆ ਉਹਨਾਂ ਨੂੰ ਦੂਰ ਕਰੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਅੰਗ ਸੰਗ ਸਹਾਈ ਹੋ ਕੇ ਸਰਬੱਤ ਦੇ ਕਾਰਜ ਰਾਸ ਕਰੇ। ਕੱਤਕ ਦਾ ਮਹੀਨਾ ਜਿਹੜਾ ਵਾ ਸਾਰਿਆਂ ਲਈ ਜਿਹੜਾ ਵਾ ਉਹ ਖੁਸ਼ੀਆਂ ਭਰਿਆ ਆਵੇ। ਗੁਰੂ ਮਹਾਰਾਜ ਹਰ ਘਰ, ਹਰ ਪਰਿਵਾਰ ਉੱਪਰ ਅਤੇ ਦਾਸ ਉੱਪਰ ਵੀ, ਦਾਸ ਦੇ ਪਰਿਵਾਰ ਉੱਪਰ ਵੀ, ਕਹਿਣ ਤੋਂ ਭਾਵ ਹੈ ਕਿ ਕਿਸੇ ਨੂੰ ਵੀ, ਹਰੇਕ ਮਨੁੱਖ ਨੂੰ ਜਿਹੜਾ ਪਰਮਾਤਮਾ ਉਹ ਖੁਸ਼ੀਆਂ ਬਖਸ਼ੇ, ਤੰਦਰੁਸਤੀਆਂ ਬਖਸ਼ੇ, ਕਿਉਂਕਿ ਉਹ ਪਰਮਾਤਮਾ ਸਭ ਕੁਝ ਦੇਣ ਦੇ ਸਮਰੱਥ ਆ। ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ। ਕਹਿੰਦੇ ਸਾਰਿਆਂ ਜੀਆਂ ਦਾ ਇੱਕੋ ਦਾਤਾ ਵਾ, ਇੱਕ ਪਰਮੇਸ਼ਰ ਆ, ਉਹ ਨਹੀਂ ਵਿਸਰਨਾ ਚਾਹੀਦਾ। ਕਹਿਣ ਤੋਂ ਭਾਵ ਕਿ ਪਰਮੇਸ਼ਰ ਨੂੰ ਨਹੀਂ ਭੁੱਲਣਾ ਚਾਹੀਦਾ। ਇਹੋ ਹੀ ਇੱਥੇ ਲਿਖਿਆ ਵਾ ਕਿ ਪਰਮੇਸ਼ਰ ਦੇ ਭੁੱਲਿਆਂ ਵਿਆਪਣ ਸਭੇ ਰੋਗ। ਜਦੋਂ ਅਸੀਂ ਪਰਮੇਸ਼ਰ ਨੂੰ ਭੁੱਲ ਜਾਂਦੇ ਹਾਂ, ਫਿਰ ਅਸੀਂ ਜਿਹੜੇ ਸਾਨੂੰ ਸਾਰੇ ਰੋਗ ਜਿਹੜੇ ਆ ਉਹ ਲੱਗ ਜਾਂਦੇ ਆ। ਮਾਨਸਿਕ ਤੌਰ 'ਤੇ ਜਿਹੜੇ ਬਹੁਤੇ ਲੋਕ ਜਿਹੜੇ ਬਿਮਾਰ ਹੁੰਦੇ ਆ, ਕਾਰਨ ਚਿੰਤਾਵਾਂ ਵਾ, ਚਿੰਤਾ, ਸਟਰੈਸ। ਉਹ ਇਹ ਆ ਕਿ ਮਨੁੱਖ ਜਿਹੜਾ ਵਾ ਨਾ, ਉਹ ਜਿਹੜਾ ਦੁਖੀ ਇਸ ਕਰਕੇ ਹੁੰਦਾ ਵਾ ਕਿ ਉਹ ਮੁਕਾਬਲੇਬਾਜ਼ੀ ਦੇ ਦੁੱਖ ਜਿਹੜਾ ਵਾ ਯੁੱਗ ਦੇ ਵਿੱਚ ਚਾਹੁੰਦਾ ਕਿ ਮੈਂ ਇੱਕ ਦੂਜੇ ਦੇ ਨਾਲੋਂ ਅੱਗੇ ਲੰਘਾਂ। ਅਸੀਂ ਆਪਣਾ ਜਿਹੜਾ ਕੰਪੈਰੀਜ਼ਨ ਆ ਉਹ ਆਪਣੇ ਆਪ ਨਾਲ ਕਰਨਾ ਕਿ ਅਸੀਂ ਅੱਗੇ ਨਾਲੋਂ ਬਿਹਤਰ ਹੋਏ ਹਾਂ ਕਿ ਨਹੀਂ ਹੋਏ।
ਅਸੀਂ ਦੂਜਿਆਂ ਦੀ ਰੀਸ ਨਹੀਂ ਕਰਨੀ। ਸਮਾਜ ਵਿੱਚ ਬਹੁਤ ਸਾਰੇ ਲੋਕ ਸਾਡੇ ਨਾਲੋਂ ਕਈ ਅਮੀਰ ਆ, ਕਈ ਗੁਣੀ ਗਿਆਨੀ ਆ, ਕਈ ਜਿਹੜੇ ਸਾਡੇ ਨਾਲੋਂ ਸੋਹਣੇ ਵੀ ਆ, ਪਰ ਕਈ ਜਿਹੜੇ ਆ ਉਹ ਸਾਡੇ ਵਰਗੇ ਆ ਜਾਂ ਸਾਡੇ ਤੋਂ ਵੀ ਜਿਹੜਾ ਉਹਨਾਂ ਦਾ ਰਹਿਣ ਸਹਿਣ ਜਿਹੜਾ ਵਾ ਸਾਡੇ ਤੋਂ ਵੀ ਨੀਵਾਂ ਵਾ। ਪਰ ਅਸੀਂ ਇਹ ਗੱਲਾਂ ਨਹੀਂ ਸੋਚਣੀਆਂ। ਅਸੀਂ ਕਿਸੇ ਨੂੰ ਵੀ ਕੁਝ ਨਹੀਂ ਕਹਿਣਾ। ਅਸੀਂ ਸਿਰਫ ਆਪਣੇ ਅੰਦਰ ਝਾਤੀ ਮਾਰਨੀ ਕਿ ਅਸੀਂ ਕੀ ਆ। ਸੈਲਫ ਇੰਪਰੂਵਮੈਂਟ ਕਰਨੀ, ਅਸੀਂ ਆਪਣੀ ਜਿਹੜੀ ਆ ਉਹ ਸੁਧਾਰ ਕਰਨਾ। ਜਿਵੇਂ ਅਸੀਂ ਆਪਣੇ ਸਰੀਰ ਨੂੰ ਸ਼ਿੰਗਾਰਦੇ ਹਾਂ, ਸੋਹਣੇ ਲੀੜੇ ਕੱਪੜੇ ਪਾਉਂਦੇ ਹਾਂ, ਸੋਹਣਾ ਪਹਿਰਾਵਾ ਪਹਿਨਦੇ ਹਾਂ, ਆਪਣੀ ਡਰੈਸ ਜਿਹੜੀ ਆ ਉਹਨੂੰ ਵਧੀਆ ਕਰਦੇ ਹਾਂ, ਸੋਹਣਾ ਬਣਦੇ ਹਾਂ। ਇਸੇ ਤਰ੍ਹਾਂ ਜਿਹੜਾ ਮਨ ਆ ਨਾ, ਇਹਨੂੰ ਵੀ ਸੋਹਣਾ ਬਣਾਉਣਾ, ਉਹ ਚੰਗੇ ਵਿਚਾਰਾਂ ਨਾਲ, ਗੁਰਮਤਿ ਵਿਚਾਰਾਂ ਨਾਲ। ਇਸ ਕਰਕੇ ਸਾਨੂੰ ਚੰਗੇ ਕਰਮ ਜਿਹੜੇ ਆ ਉਹ ਕਰਾਂਗੇ ਤਾਂ ਹੀ ਅਸੀਂ ਜਿਹੜਾ ਵਾ ਉਹ ਗੁਰੂ ਦੀ ਕਿਰਪਾ ਦੇ ਪਾਤਰ ਬਣ ਸਕਦੇ ਹਾਂ, ਗੁਰੂ ਘਰੋਂ ਜਿਹੜੀਆਂ ਖੁਸ਼ੀਆਂ ਲੈ ਸਕਦੇ ਹਾਂ। ਪੰਗਤੀਆਂ ਆਉਂਦੀਆਂ ਵਾ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਕਿ ਕਰਮਾਂ ਕਰਕੇ ਅਸੀਂ ਜਿਹੜਾ ਵਾ ਨਾ ਉਹ ਪਰਮਾਤਮਾ ਤੋਂ ਮਾੜੇ ਕਰਮਾਂ ਕਰਕੇ ਵਿਛੜੇ ਹੋਏ ਹਾਂ। ਪਰ ਇਹ ਪਰਮਾਤਮਾ ਸਾਨੂੰ ਆਪਣੇ ਨਾਲ ਮਿਲਾ ਲਏ। ਹੁਣ ਇਹ ਜਿਹੜਾ ਕੱਤਕ ਦਾ ਮਹੀਨਾ ਵਾ, ਇਹਦੇ ਵਿੱਚ ਸਾਨੂੰ ਪੰਚਮ ਪਿਤਾ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਉਪਦੇਸ਼ ਦਿੱਤਾ, ਕੱਤਕ ਕਰਮ ਕਮਾਵਣੇ ਦੋਸ਼ ਨ ਕਾਹੂ ਜੋਗ। ਕਹਿੰਦੇ ਨੇ ਕਿ ਕੱਤਕ ਦੇ ਮਹੀਨੇ ਵਿੱਚ ਚੰਗੇ ਕੰਮ ਕਰਨੇ ਆ। ਵੈਸੇ ਤਾਂ ਬਸ ਸਾਰੀ ਉਮਰ ਹੀ ਕਰਨੇ ਆ, ਜਿੰਨਾ ਚਿਰ ਆਪਣੇ ਕੋਲ ਜੀਵਨ ਆ। ਪਰ ਇੱਥੇ ਬਾਣੀ ਜਿਹੜੀ ਆ ਉਹ ਜਿਹੜੀ ਆ 12 ਮਾਹ ਜਿਹਾ, ਇਹਦੇ 12 ਮਹੀਨੇ ਆ, ਅਤੇ ਹਰ ਮਹੀਨੇ ਦੇ ਆਰੰਭ ਵਿੱਚ ਜਿਹੜਾ ਵਾ ਅਸੀਂ ਇਹ ਪਾਠ ਕਰਦੇ ਹਾਂ। ਵੈਸੇ ਪਾਠ ਤਾਂ ਹਮੇਸ਼ਾ ਕਰਨਾ ਚਾਹੀਦਾ ਵਾ, ਜਦੋਂ ਮਰਜ਼ੀ ਕਰ ਸਕਦੇ ਹਾਂ। ਪਰ ਇਹਦੇ ਵਿੱਚ ਦੱਸਿਆ ਕਿ ਜਿਹੜਾ ਕੱਤਕ ਦੇ ਮਹੀਨੇ ਵਿੱਚ ਅਸੀਂ ਕਰਮ ਕਰਨੇ ਆ, ਅਤੇ ਇਹ ਜਿਹੜਾ ਬੰਧ ਲਿਖਿਆ ਹੈ ਜਾਂ ਜਿਹੜਾ ਇਹ ਪਾਦਾ ਹੈ, ਇਹਦੇ ਵਿੱਚ ਇਹ ਸਮਝਾਇਆ ਕਿ ਜਿਹੋ ਜਿਹੇ ਅਸੀਂ ਕਰਮ ਕਰਦੇ ਹਾਂ ਉਹੋ ਜਿਹਾ ਹੀ ਸਾਨੂੰ ਫਲ ਮਿਲਣਾ। ਇਸ ਕਰਕੇ ਚੰਗੇ ਕਰਮ ਜਿਹੜੇ ਆ ਉਹ ਕਰਾਂਗੇ ਅਤੇ ਸਾਨੂੰ ਜਿਹੜਾ ਵਾ ਉਹ ਚੰਗਾ ਫਲ ਮਿਲੇਗਾ। ਅਦਰਵਾਈਜ਼ ਜਿਹੜਾ ਵਾ ਬੀਜੇ ਬਿਖ ਮੰਗੇ ਅੰਮ੍ਰਿਤ ਵੇਖੋ ਇਹ ਨਿਆਓ, ਜੇਕਰ ਅਸੀਂ ਜ਼ਹਿਰ ਬੀਜਾਂਗੇ ਅਤੇ ਅੰਮ੍ਰਿਤ ਮੰਗਾਂਗੇ ਤਾਂ ਉਹ ਜਿਹੜਾ ਵਾ ਸਾਨੂੰ ਪ੍ਰਾਪਤ ਨਹੀਂ ਹੋਣਾ, ਨਿਆਂ ਨਹੀਂ ਮਿਲਣਾ। ਸੇਵਾ ਥੋੜ੍ਹੀ ਮੰਗਣ ਬਹੁਤਾ, ਮਨ ਨਹੀਂ ਪ੍ਰੀਤ ਕਹੇ ਮੁਖ ਰਾਤਾ। ਸੇਵਾ ਥੋੜ੍ਹੀ ਕਰੀਏ ਅਤੇ ਮੰਗਦੇ ਅਸੀਂ ਬਹੁਤਾ ਵਾਂ। ਇਸ ਕਰਕੇ ਜਿਹੜਾ ਵਾ ਜੇ ਮਨ ਸਾਡੇ ਵਿੱਚ ਪ੍ਰੀਤ ਨਹੀਂ ਹੈਗੀ, ਅਤੇ ਮੂੰਹੋਂ ਭਾਵੇਂ ਜਿੰਨਾ ਮਰਜ਼ੀ ਕਹੀ ਜਾਈਏ ਵਾਹਿਗੁਰੂ ਵਾਹਿਗੁਰੂ, ਪਰ ਮਨ 'ਚ ਸਾਡੇ ਪ੍ਰੀਤ ਚਾਹੀਦੀ ਆ। ਫਿਰ ਸਾਡੇ ਮਨ ਦੇ ਵਿੱਚ ਆਪਣੇ ਆਪ ਹੀ ਵਿਚਾਰ ਚੱਲਣੇ ਚੰਗੇ। ਇਸ ਕਰਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਫਰਮਾਇਆ ਕਿ ਮਨੁੱਖ ਭੈੜੇ ਕੰਮ ਤਾਂ ਆਪ ਕਰਦਾ, ਦੋਸ਼ ਦੂਜਿਆਂ 'ਤੇ ਮੜ੍ਹ ਦਿੰਦਾ, ਇੱਥੋਂ ਤੱਕ ਕਿ ਉਹ ਨਿਆਂਕਾਰੀ ਰੱਬ ਨੂੰ ਵੀ ਨਹੀਂ ਬਖਸ਼ਦਾ। ਇਹ ਕਹਿਣ ਲੱਗਾ ਵੀ ਝੱਕਦਾ ਨਹੀਂ ਕਿ ਮੇਰੀ ਕਿਸਮਤ ਰੱਬ ਨੇ ਮਾੜੀ ਲਿਖ ਦਿੱਤੀ। ਨਰੈਣ ਨਿੰਦਸ ਕਾਏ ਭੁੱਲੀ ਗਵਾਰੀ, ਦੋ ਕਿਰਤ ਸੁਕਿਰਤ ਥਾਰੋ ਕਰਮਰੀ। ਦੱਦੇ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣਿਆਂ। ਕਿਸੇ ਨੂੰ ਦੋਸ਼ ਦੇਣ ਦੀ ਲੋੜ ਨਹੀਂ, ਅਸਲ ਦੇ ਵਿੱਚ ਸਾਡੇ ਆਪਣੇ ਕੰਮ ਹੀ ਮਾੜੇ ਆ। ਇਸ ਕਰਕੇ ਅਸੀਂ ਜਿਹੜੇ ਆ ਆਪਣੀ ਸਜ਼ਾ ਦੇ ਪਾਤਰ ਬਣਦੇ ਹਾਂ। ਸੋ ਇਹ ਵਿੱਚ ਫਰਮਾਇਆ ਵਾ ਕਿ ਕੱਤਕ ਕਰਮ ਕਮਾਵਣੇ ਦੋਸ਼ ਨ ਕਾਹੂ ਜੋਗ। ਅਸੀਂ ਕਈ ਵਾਰੀ ਕੰਮ ਮਾੜੇ ਆਪ ਕਰਦੇ ਹਾਂ, ਫਿਰ ਪਰਮੇਸ਼ਰ 'ਤੇ ਬਲੇਮ ਕਰਦੇ ਹਾਂ ਜਾਂ ਦੂਜਿਆਂ ਨੂੰ ਬਲੇਮ ਕਰਦੇ ਹਾਂ ਕਿ ਉਹਨੇ ਸਾਡੇ ਨਾਲ ਮਾੜਾ ਕੀਤਾ। ਹੁਣ ਸਾਡੀ ਸੰਗਤ ਮਾੜੀ ਹੋਏਗੀ ਅਤੇ ਫਿਰ ਮਾੜੇ ਜਦੋਂ ਹੋਏਗੀ ਤਾਂ ਜਿਹੜੇ ਸਾਡੇ ਨਾਲ ਰਲੇ ਆ ਉਹ ਸਾਨੂੰ ਕਈ ਵਾਰੀ ਫਸਾ ਦਿੰਦੇ ਆ। ਇਸ ਕਰਕੇ ਸਾਨੂੰ ਚੰਗੇ ਕਰਮ ਕਰਨੇ ਚਾਹੀਦੇ ਆ ਅਤੇ ਗੁਰੂ ਵੀ ਕਿਰਪਾ ਕਰਦਾ। ਔਰ ਅਸੀਂ ਜਦੋਂ ਮਾੜੀ ਸੰਗਤ ਵਿੱਚ ਨਹੀਂ ਪਾਵਾਂਗੇ ਅਤੇ ਗੁਰੂ ਦੀ ਸੰਗਤ ਕਰਾਂਗੇ, ਗੁਰ ਸ਼ਬਦ ਵਿਚਾਰ ਕਰਾਂਗੇ, ਅਤੇ ਫਿਰ ਸਾਨੂੰ ਜਿਹੜਾ ਵਾ ਕੋਈ ਵੀ ਕੁਝ ਨਹੀਂ ਕਹੇਗਾ।
ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਨ। ਜੋ ਮੈਂ ਕੀਤਾ ਉਹੋ ਹੀ ਪਾਇਆ ਵਾ, ਇਸ ਕਰਕੇ ਹੋਰ ਕਿਸੇ ਨੂੰ ਦੋਸ਼ ਦੇਣ ਦੀ ਕੋਈ ਲੋੜ ਨਹੀਂ। ਦੋਸ਼ ਨਾ ਦੀਜੇ ਕਾਹੂ ਲੋਗ, ਜੋ ਕਮਾਵਣ ਸੋਈ ਭੋਗ। ਕਿਸੇ ਦੂਜੇ ਨੂੰ ਦੋਸ਼ ਦੇਣ ਦੀ ਲੋੜ ਨਹੀਂ, ਜੋ ਅਸੀਂ ਕਮਾਇਆ ਉਹੋ ਹੀ ਅਸੀਂ ਭੋਗਦੇ ਹਾਂ। ਜੋ ਜੀਏ ਸੋ ਉਗਵੈ, ਮੂੰਹ ਕਾ ਕਿਹਾ ਵਾਓ। ਜੋ ਅਸੀਂ ਬੀਜਿਆ ਉਹੋ ਹੀ ਉਗਣਾ। ਸੋ ਬਹੁਤ ਸਾਰੀਆਂ ਜਿਹੜੀਆਂ ਐਗਜ਼ੈਂਪਲ ਜਿਹੜੀਆਂ ਵਾ, ਉਦਾਹਰਨਾਂ ਜਿਹੜੀਆਂ ਵਾ ਗੁਰਬਾਣੀ ਦੇ ਵਿੱਚੋਂ ਸਾਨੂੰ ਪੰਗਤੀਆਂ ਮਿਲਦੀਆਂ ਵਾ। ਇਸ ਕਰਕੇ ਸਾਨੂੰ ਜਿਹੜੇ ਆ ਉਹ ਚੰਗੇ ਕਰਮ ਜਿਹੜੇ ਆ ਕਰਦੇ ਰਹਿਣਾ ਚਾਹੀਦਾ ਜੀਵਨ ਦੇ ਵਿੱਚ। ਪਰਮੇਸ਼ਰ ਦੇ ਭੁੱਲਿਆਂ ਵਿਆਪਣ ਸਭੇ ਰੋਗ। ਜਦੋਂ ਅਸੀਂ ਪਰਮੇਸ਼ਰ ਨੂੰ ਭੁੱਲ ਜਾਂਦੇ ਹਾਂ, ਫਿਰ ਸਾਨੂੰ ਜਿਹੜੇ ਰੋਗ ਆ ਮਨ ਕਰਕੇ ਜਿਹੜੇ ਬਹੁਤ ਸਾਰੇ ਲੱਗ ਜਾਂਦੇ ਆ। ਅਸੀਂ ਕਾਮ ਵਾਸ਼ਨਾ ਦੇ ਵਿੱਚ, ਕ੍ਰੋਧ ਦੇ ਵਿੱਚ, ਲੋਭ ਦੇ ਵਿੱਚ, ਹੰਕਾਰ ਦੇ ਵਿੱਚ, ਠੀਕ ਆ ਵਰਤੋਂ ਕਰਨੀ ਆ, ਇਹਨਾਂ ਨੂੰ ਵਸ 'ਚ ਰੱਖਣਾ, ਪਰ ਦੁਰਵਰਤੋਂ ਨਹੀਂ ਕਰਨੀ। ਹਰ ਚੀਜ਼ ਦੀ ਇੱਕ ਲਿਮਟ ਹੁੰਦੀ। ਇਸ ਕਰਕੇ ਇਹਨਾਂ ਵਿਕਾਰਾਂ ਨੂੰ ਜਿਹੜੇ ਸਾਡੇ ਮਨ ਦੇ ਵਿੱਚ ਭੈੜੀ ਮੱਤ ਆ, ਇਹਨੂੰ ਦੂਰ ਕਰਨਾ। ਭੈੜੀ ਮੱਤ ਤੋਂ ਭਾਵ ਅਸੀਂ ਜਿਹੜੇ ਕਿਸੇ ਵਾਸਤੇ ਮਾੜਾ ਸੋਚਦੇ ਹਾਂ। ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਜਿਹੜੇ ਮਨੁੱਖ ਪਰਮਾਤਮਾ ਵੱਲੋਂ, ਗੁਰੂ ਵੱਲੋਂ ਬੇਮੁਖ ਹੋ ਜਾਂਦੇ ਆ, ਬੇਮੁਖ ਤੋਂ ਭਾਵ ਮੂੰਹ ਮੋੜ ਲੈਂਦੇ, ਉਹ ਫਿਰ ਵਿਛੋੜੇ ਦੇ ਦੁੱਖਾਂ ਦੇ ਵਿੱਚ ਦੁਖੀ ਹੁੰਦੇ ਰਹਿੰਦੇ ਆ। ਵਿਛੋੜਾ ਜਿਹੜਾ ਆ ਉਹ ਸਭ ਤੋਂ ਵੱਡਾ ਮਾੜਾ ਦੁੱਖ ਆ। ਵਿਛੋੜੇ ਦੀ ਪੀੜ ਜਿਹੜੀ ਆ ਉਹ ਅਸੀਂ ਕਿਸੇ ਨੂੰ ਦੱਸ ਵੀ ਨਹੀਂ ਸਕਦੇ। ਅਸਹਿ ਹੁੰਦੀ ਹੈ, ਇਹਦਾ ਕੋਈ ਇਲਾਜ ਨਹੀਂ। ਇਹ ਮਹਿਸੂਸ ਹੁੰਦੀ ਬੰਦੇ ਨੂੰ। ਇਸ ਕਰਕੇ ਇਹ ਜਿਹੜਾ ਦੁੱਖ ਜਿਹੜੇ ਆ ਸਾਨੂੰ ਉਦੋਂ ਲੱਗਦੇ ਆ ਜਦੋਂ ਅਸੀਂ ਪਰਮਾਤਮਾ ਨੂੰ ਭੁੱਲ ਜਾਂਦੇ ਹਾਂ। ਕਿਨ ਮੈਂ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਜਿੰਨੇ ਵੀ ਅਸੀਂ ਮਾਇਆ ਦੇ ਰਸ ਲਏ, ਲਾਲਚ ਕਰਕੇ, ਲੁੱਟ ਖਸੁੱਟ ਕਰਕੇ, ਮਾੜੇ ਕਰਮ ਕਰਕੇ, ਉਹ ਸਾਰੇ ਕੌੜੇ ਹੋ ਜਾਂਦੇ ਆ। ਕਿਨਮੇ ਕੌੜੇ ਹੋ ਗਏ ਇੱਕ ਪਲ ਦੇ ਵਿੱਚ, ਜਿੰਨੇ ਅਸੀਂ ਭੋਗੇ ਆ। ਹੁਣ ਵੇਖੋ, ਜੇਕਰ ਕੋਈ ਮਨੁੱਖ ਜਿਹੜਾ ਵਾ ਉਹ ਲੋੜ ਅਨੁਸਾਰ ਖਾਣਾ ਖਾਂਦਾ ਅਤੇ ਲੋੜ ਅਨੁਸਾਰ ਆਪਣੀਆਂ ਜੀਵਨ ਜ਼ਰੂਰਤਾਂ ਪੂਰੀਆਂ ਕਰਦਾ, ਹੱਕ ਸੱਚ ਦੀ ਕਮਾਈ ਕਰਦਾ, ਉਹ ਮਨੁੱਖ ਜਿਹੜਾ ਵਾ ਇੱਕ ਤਾਂ ਸੁਖੀ ਰਹਿੰਦਾ ਵਾ ਮਾਨਸਿਕ ਤੌਰ 'ਤੇ। ਦੂਜਾ ਇਹ ਆ ਕਿ ਗੁਰੂ ਪਿਆਰਿਓ, ਇਹ ਜਿਹੜੇ ਮਾਇਆ ਦੇ ਭੋਗ ਆ, ਜਦੋਂ ਅਸੀਂ ਜ਼ਿਆਦਾ ਹੱਦ ਤੋਂ ਵੱਧ ਕੋਈ ਚੀਜ਼ ਖਾਂਦੇ ਹਾਂ, ਜਾਂ ਜਦੋਂ ਜ਼ਿਆਦਾ ਜੋੜਨ ਦੀ ਕੋਸ਼ਿਸ਼ ਕਰਦੇ ਹਾਂ, ਫਿਰ ਸਾਡੀਆਂ ਚਿੰਤਾਵਾਂ ਵੱਧ ਜਾਂਦੀਆਂ। ਅਤੇ ਜਿਹੜਾ ਬੰਦਾ ਆਪਣੇ ਹੱਕ ਸੱਚ ਦੀ ਆਪਣੇ ਲੋੜ ਅਨੁਸਾਰ ਵਰਤੋਂ ਕਰਦਾ, ਉਹ ਸੁਖੀ ਰਹਿੰਦਾ। ਨਹੀਂ ਤਾਂ ਫਿਰ ਬਾਅਦ ਵਿੱਚ ਜਦੋਂ ਰੋਗ ਲੱਗ ਜਾਂਦੇ ਆ, ਫਿਰ ਅਸੀਂ ਕਹਿੰਦੇ ਹਾਂ ਕਿ ਡਾਕਟਰ ਵੀ ਸਾਨੂੰ ਜਿਹੜਾ ਕਹਿੰਦਾ ਕਿ ਹੁਣ ਜ਼ਿਆਦਾ ਮਿੱਠਾ ਨਹੀਂ ਖਾਣਾ, ਜ਼ਿਆਦਾ ਲੂਣ ਨਹੀਂ ਪਾਉਣਾ ਚਾਹ ਦੇ ਵਿੱਚ ਜਾਂ ਖੰਡ, ਜਦੋਂ ਕੋਈ ਵੀ ਚੀਜ਼ ਹੈ ਸਬਜ਼ੀ ਵਿੱਚ, ਫਿਰ ਸਾਨੂੰ ਵਰਜਿਤ ਕਰ ਦਿੰਦੇ ਉਹ। ਕਿਉਂ? ਕਿਉਂਕਿ ਪਹਿਲਾਂ ਅਸੀਂ ਉਹ ਚੀਜ਼ਾਂ ਜ਼ਿਆਦੀਆਂ ਖਾ ਲਈਆਂ, ਉਹਨਾਂ ਕਰਕੇ ਸਾਨੂੰ ਰੋਗ ਲੱਗ ਗਏ। ਹੁਣ ਉਹ ਚੀਜ਼ਾਂ ਸਾਡੇ ਲਈ ਕੌੜੀਆਂ ਹੋ ਗਈਆਂ। ਕੌੜੀਆਂ ਇਸ ਕਰਕੇ ਕਿਉਂਕਿ ਅਸੀਂ ਖਾਣ ਤੋਂ ਮਨ੍ਹਾ ਕਰਤੀਆਂ। ਜਿਹੜੀਆਂ ਚੀਜ਼ਾਂ ਅਸੀਂ, ਕੋਈ ਮੰਨ ਲਓ ਜਲੇਬੀਆਂ ਖਾਂਦਾ ਰੱਜ ਰੱਜ ਕੇ ਪਹਿਲਾਂ, ਕੋਈ ਹੋਰ ਕਈ ਚੀਜ਼ਾਂ ਖਾਂਦਾ ਵਾ, ਜਾਂ ਹੋਰ ਜਿਹੜੇ ਗਲਤ ਕੰਮ ਕਰਕੇ ਕਈ ਪੈਸੇ ਕਮਾ ਕੇ ਅਤੇ ਮਾਇਆ ਦੇ ਰਸ ਭੋਗਦੇ ਆ, ਬਾਅਦ ਦੇ ਵਿੱਚ ਕਈ ਰੋਗ ਲਵਾ ਬਹਿੰਦੇ ਆ, ਅਤੇ ਫਿਰ ਉਹ ਜਿਹੜਾ ਰੋਗ ਆ ਉਹ ਕੌੜਾ ਹੋ ਜਾਂਦਾ। ਸਪੋਜ਼ ਕਰੋ ਕਿ ਜੇਕਰ ਕੋਈ ਮਨੁੱਖ ਕਾਮੀ ਆ, ਉਹ ਪਰ ਨਾਰੀ ਦੀ ਨਾਲ ਸੰਗ ਕਰਦਾ, ਜਾਂ ਕਿਤੇ ਕਿਸੇ ਵੇਸਵਾ ਦੇ ਨਾਲ, ਅਤੇ ਉੱਥੋਂ ਹੀ ਉਹ ਜਿਹੜਾ ਵਾ ਉਹ ਕੋਈ ਰੋਗ ਲਵਾ ਬਹਿੰਦਾ, ਫਿਰ ਬਾਅਦ ਸਾਰੀ ਉਮਰ ਜਿਹੜਾ ਵਾ ਉਹ ਪਛਤਾਉਂਦਾ ਰਹਿੰਦਾ। ਫਿਰ ਉਹਦੇ ਵਾਸਤੇ ਉਹ ਰੋਗ, ਫਿਰ ਉਹ ਜਿਹੜੀ ਉਹਦੇ ਵਾਸਤੇ ਜਿਹੜੀ ਮੌਜ ਮਸਤੀ ਸੀ, ਉਹ ਕੀ ਬਣ ਗਈ?
ਰੋਗ ਬਣ ਗਈ, ਕੌੜਾ ਹੋ ਗਈ। ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਕਿ ਗ੍ਰਸਥ ਧਰਮ ਦੇ ਵਿੱਚ ਆਪਣੀ ਜਿਹੜੀ ਧਰਮ ਪਤਨੀ ਆ ਉਹਦੇ ਨਾਲ ਵਫਾਦਾਰ ਰਹਿਣਾ। ਬਹੁਤ ਸੋਹਣੇ ਸੁੰਦਰ ਫਰਮਾਨ ਆ, ਫਰਮਾਇਆ ਸਮਝਾਇਆ ਆਪਾਂ ਨੂੰ ਕਿ ਮਾੜੇ ਕਰਮ ਨਹੀਂ ਕਰਨੇ ਚਾਹੀਦੇ। ਜੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਫਰਮਾਇਆ ਵਾ, ਕੋਸ਼ਿਸ਼ ਆਪਾਂ ਉਹੋ ਹੀ ਕਰਨੀ ਦੱਸਣ ਦੀ, ਕਿਉਂਕਿ ਜੇਕਰ ਦੱਸਾਂਗੇ ਸਮਾਜ ਸੁਧਾਰ ਵਾਸਤੇ, ਸਮਾਜ ਵਾਸਤੇ ਗੁਰੂ ਸਾਹਿਬ ਨੇ ਗੁਰਬਾਣੀ ਲਿਖੀ ਹੈ। ਕਹਿੰਦੇ ਵਿੱਚ ਨਾ ਕੋਈ ਕਰ ਸਕੇ, ਕਿਸ ਤੇ ਰੋਵੇ ਰੋਜ਼। ਹੁਣ ਜਦੋਂ ਅਸੀਂ ਗੁਨਾਹ ਕੀਤੇ ਆ, ਪਾਪ ਕੀਤੇ ਆ, ਗਲਤ ਜਿਹੜੇ ਕੰਮ ਕੀਤੇ ਆ, ਅਤੇ ਫਿਰ ਉਹ ਜਿਹੜੇ ਆ ਉਹ ਕਰਕੇ ਅਤੇ ਫਿਰ ਅਸੀਂ ਜਿਹੜਾ ਵਾ ਰੋਜ਼ ਰੋਂਦੇ ਹਾਂ, ਫਿਰ ਉਹ ਜਿਹੜਾ ਦੁੱਖ ਭੋਗਦੇ ਹਾਂ, ਫਿਰ ਉਹਦਾ ਕੋਈ ਹੱਲ ਨਹੀਂ ਹੁੰਦਾ। ਜਦੋਂ ਉਹ ਰੋਗ ਲੱਗ ਜਾਂਦੇ, ਮੰਨ ਲਓ ਕਿਸੇ ਨੂੰ ਸ਼ੂਗਰ ਦੀ ਬਿਮਾਰੀ ਹੋ ਗਈ, ਫਿਰ ਉਹਨੇ ਪਰਹੇਜ਼ ਹੀ ਕਰਨਾ। ਜੇ ਕਿਸੇ ਨੂੰ HIV ਹੋ ਗਿਆ, ਫਿਰ ਵੀ ਉਹਨੇ ਪਰਹੇਜ਼ ਹੀ ਕਰਨਾ ਵਾ, ਪ੍ਰੋਪਰ ਉਹਦਾ ਵੀ ਇਲਾਜ ਕੋਈ ਨਹੀਂ। ਠੀਕ ਹੈ ਕਿ ਦਵਾਈਆਂ ਖਾ ਕੇ ਕੁਝ ਟਾਈਮ ਉਹ ਕੱਢ ਲਊਗਾ, ਪਰ ਸਾਰੀ ਉਮਰ ਭਰ ਲਈ ਉਹ ਬਿਮਾਰ ਹੋ ਗਿਆ। ਇਸੇ ਤਰ੍ਹਾਂ ਜਿਹੜੇ ਹੋਰ ਮਾੜੇ ਕਰਮ ਕਰਦੇ ਆ, ਮੰਨ ਲਓ ਕਿ ਕੋਈ ਗੁਸਤਾਖੀ ਮਾਫ਼ ਕਰਨਾ, ਕਿਉਂਕਿ ਕਹਿਣਾ ਪੈਂਦਾ ਜਦੋਂ ਕਥਾ ਕਰੀਏ ਆਪਾਂ, ਕਿ ਕੋਈ ਨਸ਼ਿਆਂ ਦਾ ਵਪਾਰੀ ਆ ਜਾਂ ਕੋਈ ਗਲਤ ਕੰਮਾਂ ਦਾ ਹੋਰ ਵਾ, ਉਹਨੂੰ ਜਦੋਂ ਫਸਦਾ ਅਤੇ ਫਿਰ ਉਹਨੂੰ ਦੁੱਖ ਭੋਗਣਾ ਪੈਂਦਾ, ਫਿਰ ਉਹਦੀ ਕੋਈ ਜ਼ਮਾਨਤ ਨਹੀਂ ਛੇਤੀ ਦਿੰਦਾ, ਕਿਉਂਕਿ ਉਹਨੂੰ ਸਜ਼ਾ ਭੋਗਣੀ ਪੈਂਦੀ। ਕਈ ਵਾਰੀ ਉਹਦਾ ਬੱਚਿਆਂ 'ਤੇ ਵੀ ਅਸਰ ਮਾੜਾ ਪੈਂਦਾ, ਲੈਣੇ ਦੇ ਦੇਣੇ ਪੈ ਜਾਂਦੇ ਆ, ਫਿਰ ਉਹ ਵਿਚਾਰੇ ਰੋਂਦੇ ਕਰਲਾਉਂਦੇ ਆ ਕਿ ਇਹਦੇ ਨਾਲ ਇਹ ਕੰਮ ਨਾ ਕਰਦੇ, ਕਿਉਂਕਿ ਉਹ ਪਰਮੇਸ਼ਰ ਨੂੰ ਭੁੱਲ ਗਏ। ਹੁਣ ਵੇਖੋ, ਕਿਸੇ ਦੇ ਬੱਚੇ ਨੂੰ ਅਸੀਂ ਜਦੋਂ ਕੋਈ ਗਲਤ ਚੀਜ਼ ਦਿੰਦੇ ਹਾਂ, ਸਾਨੂੰ ਇਹ ਸੋਚਣਾ ਚਾਹੀਦਾ ਵਾ ਅਸੀਂ ਉਹਨੂੰ ਕਿਸੇ ਦਾ ਸਮਝ ਲਿਆ, ਅਤੇ ਉਹ ਜਿਹੜਾ ਵਾ ਹੌਲੀ ਹੌਲੀ ਜਿਹੜਾ ਵਾ ਹੋ ਸਕਦਾ ਸਾਡੇ ਬੱਚੇ ਦਾ ਵੀ ਕਿਤੇ ਦੋਸਤ ਬਣ ਜੇ, ਅਤੇ ਬਾਅਦ ਦੇ ਵਿੱਚ ਉਹ ਸਾਡੇ ਬੱਚਿਆਂ ਨੂੰ ਮਤਲਬ ਕਿ ਇਸ ਜਿਹੜੀ ਆ ਬਿਮਾਰੀ ਦਾ ਸ਼ਿਕਾਰ ਕਰਦੇ। ਕੋਈ ਆਪਣੇ ਰਿਸ਼ਤੇਦਾਰ ਭੈਣਾਂ ਭਰਾਵਾਂ ਦੇ ਨਾਲ ਕਿਤੇ ਮੇਲ ਮਿਲਾਪ ਹੋ ਜਾਵੇ ਉਹਦਾ, ਅਤੇ ਕਿਸੇ ਦੇ ਨਾਲ ਵੀ ਜਿਹੜਾ ਵਾ ਜਦੋਂ ਇਸੇ ਤਰ੍ਹਾਂ ਹੀ ਆ ਕਿ ਜਦੋਂ ਬੁਰਾਈ ਫੈਲਦੀ ਹੈ ਨਾ, ਅਸੀਂ ਸੋਚਦੇ ਹਾਂ ਕਿ ਸਾਡੇ ਘਰ ਨਾ ਆਵੇ, ਬਾਹਰ ਬਾਹਰ ਰਵੇ। ਪਰ ਹੁਣ ਜੇ ਕਿਸੇ ਦਾ ਜੰਗਲ 'ਚ ਘਰ ਹੋਵੇ ਅਤੇ ਜੰਗਲ ਨੂੰ ਅੱਗ ਲਾਈਏ ਅਤੇ ਘਰ ਨੂੰ ਵੀ ਸੇਕ ਜਿਹੜਾ ਵਾ ਆਪਣੇ ਨੂੰ ਲੱਗਣਾ। ਇਸ ਕਰਕੇ ਗੁਰੂ ਪਿਆਰਿਓ, ਗੁਰੂ ਸਾਹਿਬਾਨ ਨੇ ਸਮਝਾਇਆ ਕਿ ਚੰਗੇ ਕਰਮ ਕਰੋ। ਕੀਤਾ ਕਛੂ ਨਾ ਹੋਵਈ, ਲਿਖਿਆ ਧੁਰ ਸੰਜੋਗ। ਕਹਿੰਦੇ ਫਿਰ ਕੁਛ ਨਹੀਂ ਹੋ ਸਕਦਾ, ਕਿਉਂਕਿ ਇਹ ਜਿਹੜਾ ਸੰਜੋਗ ਆ ਧੁਰੋਂ ਲਿਖਿਆ। ਕਿ ਫਿਰ ਜਿਹੜਾ ਅਸੀਂ ਕਹੀਏ ਹੁਣ ਜਿਹੜਾ ਵਾ ਜਦੋਂ ਪਛਤਾਏ ਕਿਆ ਹੁਆ ਜਬ ਚਿੜੀਆ ਚੋਗੀ ਖੇਤ, ਫਿਰ ਜਦੋਂ ਖੇਤ ਉੱਜੜ ਗਿਆ, ਜਦੋਂ ਚਿੜੀਆਂ ਖੇਤ ਮਤਲਬ ਕਿ ਜਦੋਂ ਚੁਗ ਗਈਆਂ ਅਤੇ ਫਸਲ ਹੋਣੀ ਨਹੀਂ। ਇਹ ਮੁਹਾਵਰਾ ਪੰਜਾਬੀ ਦਾ, ਇਹ ਸਿਰਫ ਆਪ ਜੀ ਨੂੰ ਸਮਝਾਉਣ ਵਾਸਤੇ ਵਰਤਿਆ ਵਾ, ਦੁਨਿਆਵੀ ਤੌਰ 'ਤੇ ਗੁਰਬਾਣੀ ਦਾ ਨਹੀਂ ਹੈ। ਪਰ ਫਿਰ ਵੀ ਜਦੋਂ ਸਮਝਾਈਏ ਤਾਂ ਕੋਈ ਨਾ ਕੋਈ ਜਿਹੜੀ ਐਗਜ਼ੈਂਪਲ ਆਪਾਂ ਬਾਹਰੋਂ ਲੈ ਸਕਦੇ ਹਾਂ, ਕਿ ਜਿਹੜਾ ਫਿਰ ਅਸੀਂ ਇਹੋ ਕਹਿੰਦੇ ਹਾਂ ਕਿ ਜੋ ਕੁਝ ਕੀਤਾ ਜੀ ਇਹ ਪਰਮਾਤਮਾ ਕੀਤਾ, ਪਰ ਪਰਮਾਤਮਾ ਨੂੰ ਦੋਸ਼ ਅਸੀਂ ਨਹੀਂ ਦੇ ਸਕਦੇ, ਕਿ ਉਹ ਗਲਤੀ ਸਾਡੀ ਆਪਣੀ ਹੈ। ਵਡਭਾਗੀ ਮੇਰਾ ਪ੍ਰਭ ਮਿਲੇ, ਤਾਂ ਉਤਰੇ ਸਭ ਵਿਯੋਗ। ਪਰ ਜੇ ਪਰਮਾਤਮਾ ਦੇ ਨਾਲ ਆਪਾਂ ਪ੍ਰੀਤ ਪਾ ਲਈਏ, ਸਾਡੇ ਜਿਹੜੇ ਭਾਗ ਚੰਗੇ ਹੋ ਸਕਦੇ ਆ। ਭਾਗਾਂ ਵਾਲੇ ਘਰ ਉਹੀ ਹੁੰਦੇ ਜਿੱਥੇ ਖੁਸ਼ੀਆਂ ਖੇੜੇ ਰਹਿਣ, ਜਿਹੜੇ ਜਿੱਥੇ ਬੱਚੇ ਆਗਿਆਕਾਰੀ ਰਹਿਣ, ਜਿੱਥੇ ਮਾਤਾ ਪਿਤਾ ਦੀ ਸੇਵਾ ਹੋਵੇ, ਜਿੱਥੇ ਭੈਣ ਭਰਾਵਾਂ ਦੇ ਵਿੱਚ ਸਾਰਿਆਂ ਵਿੱਚ ਸਲੂਕ ਹੋਵੇ, ਜਿਨ੍ਹਾਂ ਵਿੱਚ ਬੋਲ ਚਾਲ ਚੰਗਾ ਹੋਵੇ, ਜਿਹੜੇ ਇੱਕ ਦੂਜੇ ਦਾ ਚੰਗਾ ਸੋਚਣ, ਹਮੇਸ਼ਾ ਇੱਕ ਦੂਜੇ ਨਾਲ ਹਮਦਰਦੀ ਕਰਨ, ਪਿਆਰ ਨਾਲ ਰਹਿਣ, ਸਤਸੰਗਤ ਕਰਦੇ ਰਹਿਣ, ਚੰਗੇ ਵਿਚਾਰ ਇੱਕ ਦੂਜੇ ਨੂੰ ਦੱਸਣ, ਮਾੜੇ ਕੰਮਾਂ ਤੋਂ ਦੂਰ ਰਹਿਣ, ਅਤੇ ਫਿਰ ਸਾਰੇ ਜਿਹੜੇ ਦੁੱਖ ਆ ਉਹ ਦੂਰ ਹੋ ਜਾਂਦੇ ਆ। ਵਿਯੋਗ ਤੋਂ ਭਾਵ ਜਿਹੜੇ ਦੁੱਖ ਆ, ਜਿਹੜੇ ਵਿਛੋੜੇ ਦੇ ਦੁੱਖ ਆ ਜਾਂ ਹੋਰ ਦੁੱਖ ਆ, ਸਾਰੇ ਦੂਰ ਹੋ ਜਾਂਦੇ ਆ। ਪਰ ਉਹ ਕਦੋਂ ਦੂਰ ਹੁੰਦੇ? ਜਦੋਂ ਪਰਮਾਤਮਾ ਨਾਲ ਮੇਲ ਹੋ ਜਾਂਦਾ। ਨਾਨਕ ਕੋ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ। ਗੁਰੂ ਸਾਹਿਬ ਫਰਮਾਉਂਦੇ ਆ ਕਿ ਹੇ ਪਰਮਾਤਮਾ, ਮੈਨੂੰ ਰੱਖ ਲੈ, ਮੇਰੇ 'ਤੇ ਕਿਰਪਾ ਕਰ ਲੈ, ਤੂੰ ਸਭ ਕੁਝ ਜਿਹੜਾ ਦੂਰ ਕਰਨ ਵਾਲਾ ਵਾਂ। ਇਹ ਵਿਛੋੜੇ ਦਾ ਦੁੱਖ ਵੀ ਤੂੰ ਹੀ ਦੂਰ ਕਰਨਾ, ਜਿਹੜੇ ਮੇਰੇ ਮਨ ਨੂੰ ਸਾਫ਼ ਕਰਨਾ ਵਾ, ਮੇਰੇ ਵਿੱਚ ਚੰਗੇ ਵਿਚਾਰ ਆਉਣੇ ਆ। ਠੀਕ ਹੈ ਕਿ ਅਸੀਂ
ਉਪਰਾਲਾ ਕਰਨਾ, ਕੋਸ਼ਿਸ਼ ਕਰਨੀ। ਜਦੋਂ ਕਰਾਂਗੇ, ਗੁਰੂ ਨਾਲ ਜੁੜਾਂਗੇ ਤਾਂ ਪਰਮਾਤਮਾ ਆਪਣੇ ਆਪ ਹੀ ਕਿਰਪਾ ਕਰ ਦੇਣੀ। ਕੱਤਕ ਹੋਵੇ ਸਾਧ ਸੰਗ ਬਿਨਸੇ ਸਭੇ ਸੋਚ। ਕਹਿੰਦੇ ਕੱਤਕ ਦੇ ਮਹੀਨੇ ਵਿੱਚ ਵੀ ਮੇਰੀ ਗੁਰੂ ਦੇ ਨਾਲ ਪ੍ਰੀਤ ਬਣੀ ਰਹੇ। ਮੈਂ ਗੁਰੂ ਦੇ ਉਪਦੇਸ਼ਾਂ 'ਤੇ ਚੱਲਦਾ ਰਹਾਂ, ਕਿਸੇ ਕਿਸਮ ਦਾ ਕੋਈ ਮਾੜਾ ਕਰਮ ਨਾ ਕਰਾਂ, ਗੁਰੂ ਦੇ ਗੁਣ ਗਾਵਾਂ ਤਾਂ ਜੋ ਉਹੋ ਜਿਹੇ ਗੁਣ ਮੇਰੇ 'ਚ ਆ ਜਾਣ, ਗੁਰੂ ਦੀ ਸੋਚ ਮੇਰੇ ਵਿੱਚ ਆ ਜੇ। ਕਹਿਣ ਤੋਂ ਭਾਵ ਸਾਰਿਆਂ ਵਿੱਚ ਆ ਜਾਏ ਜਿਹੜੇ ਸਤਸੰਗਤ ਕਰਦੇ, ਅਤੇ ਜਿਹੜੀ ਮਾੜੀ ਸੋਚ ਆ ਉਹ ਸਾਡੀ ਖਤਮ ਹੋ ਜੇ। ਕਿਸੇ ਪ੍ਰਤੀ ਵੀ ਨਫ਼ਰਤ, ਈਰਖਾ, ਬੁਰੇ ਕੰਮ ਜਿਹੜੇ ਦੂਰ ਹੋ ਜਾਣਗੇ। ਅਸੀਂ ਚੰਗੇ ਇਨਸਾਨ ਬਣ ਕੇ ਅਤੇ ਗੁਰਸਿੱਖ ਬਣ ਕੇ ਆਪਣਾ ਜੀਵਨ, ਗੁਰਸਿੱਖ ਤੋਂ ਭਾਵ ਜਿਹੜਾ ਗੁਰੂ ਦੀ ਸਿੱਖਿਆ 'ਤੇ ਚੱਲਦਾ, ਆਪਣਾ ਜੀਵਨ ਜਿਹੜਾ ਸਫਲ ਕਰਾਂਗੇ। ਅੱਜ ਦੇ ਜਿਹੜਾ ਮਹੀਨਾ ਵਾ ਕੱਤਕ ਦਾ, ਇਹੋ ਫਰਮਾਨ ਆ ਕਿ ਚੰਗੇ ਕਰਮ ਕਰਨੇ ਚਾਹੀਦੇ ਆ। ਕਿਸੇ ਨੂੰ ਦੋਸ਼ ਨਹੀਂ ਦੇਣਾ। ਅਸੀਂ ਖੁਦ ਕਰਦੇ ਹਾਂ ਜਦੋਂ, ਤਾਂ ਫਿਰ ਦੋਸ਼ ਅਸੀਂ ਦੂਜਿਆਂ ਨੂੰ ਕਿਉਂ ਦਿੰਦੇ ਹਾਂ। ਜਦੋਂ ਅਸੀਂ ਆਪ ਖੁਦ ਚੰਗੇ ਕਰਮ ਕਰਾਂਗੇ ਤਾਂ ਚੰਗਾ ਫਲ ਮਿਲੇਗਾ, ਮਾੜੇ ਕਰਮ ਕਰਾਂਗੇ ਤਾਂ ਮਾੜਾ ਫਲ ਮਿਲੇਗਾ। ਥੋੜ੍ਹਾ ਚਿਰ ਹੋ ਸਕਦਾ ਵਾ ਕਿ ਮਾੜੇ ਕੰਮ ਜਿਹੜੇ ਫਲਦੇ ਆ, ਬਾਅਦ ਦੇ ਵਿੱਚ ਉਹਨਾਂ ਦਾ ਨਤੀਜਾ ਤੁਸੀਂ ਵੇਖਦੇ ਹੀ ਇਹ ਸੰਸਾਰ ਵਿੱਚ ਰਹਿੰਦੇ ਜੇ, ਅਖਬਾਰਾਂ, TV 'ਤੇ ਸਭ ਵੇਖਦੇ ਜੇ ਕਿਵੇਂ ਉਹ ਫਸਦੇ, ਕੀ ਕੁਛ ਹੁੰਦਾ। ਇਸੇ ਕਰਕੇ ਜਿਹੜੀਆਂ ਜੇਲ੍ਹਾਂ ਵਾ ਇਹ ਸੁਧਾਰ ਵਾਸਤੇ ਬਣੀਆਂ, ਕਿ ਜਿਹੜੇ ਬੰਦੇ ਗਲਤ ਕੰਮ ਕਰਦੇ ਉਹਨਾਂ ਨੂੰ ਫੜਦੇ ਆ, ਅਤੇ ਜੇ ਅਸੀਂ ਗਲਤ ਕੰਮ ਕਰਾਂਗੇ ਨਾ, ਫਿਰ ਉਹਨਾਂ ਨੂੰ ਕੀ ਲੋੜ ਫੜਨ ਦੀ ਕਿਸੇ ਨੂੰ। ਇਸ ਕਰਕੇ ਗੁਰੂ ਪਿਆਰਿਓ, ਅਸੀਂ ਚੰਗੇ ਕਰਮ ਕਰੀਏ ਅਤੇ ਫਿਰ ਸਾਨੂੰ ਕਿਸੇ ਤੋਂ ਕੋਈ ਡਰਨ ਦੀ ਲੋੜ ਨਹੀਂ। ਪਰਮੇਸ਼ਰ ਨਾਲ ਪ੍ਰੇਮ ਰੱਖੀਏ, ਚੜ੍ਹਦੀ ਕਲਾ ਵਿੱਚ ਰੱਖੀਏ, ਹੌਸਲੇ ਬੁਲੰਦ ਰੱਖੀਏ, ਕਿਸੇ ਕਿਸਮ ਦੀ ਮਾੜੀ ਸੰਗਤ ਵਿੱਚ ਨਹੀਂ ਪੈਣਾ, ਅਤੇ ਨਾ ਹੀ ਲਾਲਚ ਵਸ ਹੋ ਕੇ ਕੋਈ ਮਾੜਾ ਕਰਮ ਕਰਨਾ ਵਾ। ਅਤੇ ਆਪਣੇ ਜਿਹੜੇ 5 ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆ, ਇਹਨਾਂ ਨੂੰ ਵਸ ਵਿੱਚ ਕਰਕੇ ਰੱਖਣਾ ਵਾ। ਗੁਰੂ ਵਾਲੇ ਬਣਨਾ ਵਾ, ਚੰਗੀ ਮੱਤ ਧਾਰਨ ਕਰਨੀ ਹੈ। ਇਹੋ ਇਸ ਮਹੀਨੇ ਦਾ ਉਪਦੇਸ਼ ਆ। ਦਾਸ ਕੋਲੋਂ ਵਿਚਾਰਾਂ ਕਰਦਿਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਅਤੇ ਗਲਤੀਆਂ ਹੋ ਗਈਆਂ ਹੋਣਗੀਆਂ। ਗੁਰੂ ਰੂਪੀ ਸਾਧ ਸੰਗਤ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭੁੱਲਾਂ ਬਖਸ਼ਣਯੋਗ ਨੇ। ਦਾਸ ਦੀਆਂ ਭੁੱਲਾਂ ਨੂੰ ਜਿਹੜਾ ਵਾ ਨਜ਼ਰ ਅੰਦਾਜ਼ ਕਰਨਾ ਅਤੇ ਗੁਰੂ ਦੇ ਉਪਦੇਸ਼ਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਆਪਣਾ ਜੀਵਨ ਸਫਲ ਕਰਨਾ। ਅਤੇ ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।